हाँ जी, जी ਆਪਾਂ ਫਸਟ ਐਂਟਰੀ ਕਰਨੀ ਹੈ ਟ੍ਰਾਂਜੈਕਸ਼ਨਸ ਕਿੱਦਾਂ ਕਰਨੀਆਂ ਨੇ। ਟ੍ਰਾਂਜੈਕਸ਼ਨ ਦੇ ਅੰਦਰ ਅਕਾਊਂਟਿੰਗ ਵਾਊਚਰ ਹੁੰਦਾ। ਸਭ ਤੋਂ ਪਹਿਲਾਂ ਆਪਣੇ ਕੋਲ ਟ੍ਰਾਂਜੈਕਸ਼ਨ ਦੀ ਡੇਟ ਹੈ 19/6/2020। डेट के लिए अपने बटन यूज़ करना है F2। पूरे डेट लिखा हुआ है, ठीक है जी। पूरे जी डेट आ रही है 2/4 आ रही है बाई डिफॉल्ट। पूरे आप करा 19-6 या 0.6 ऊपर 19/6/2020 आ गई ऑटोमैटिकली। ये सीट की एंट्री है तो शिफ्ट लिए F6 बटन है। पूरे पेमेंट आ रहे हैं ना, पूरे सीट लिए F6, ठीक है। ਹੁਣ ਜਿਹੜਾ ਆਪਾਂ ਰਸੀਟ ਕਰਨੀ ਹੈ, ਆਪਾਂ ਰਸੀਟ ਦਾ ਵੀ ਅਲੱਗ-ਅਲੱਗ ਵਾਊਚਰ ਬਣਾਵਾਂਗੇ। ਉਹਦਾ ਕਾਰਨ ਕੀ ਹੈ, ਜਿਹੜੀ ਆਪਾਂ ਰਸੀਟ ਲੈਂਦੇ ਆ ਹੈੱਡ ਆਫਿਸ ਦੀ ਰਸੀਟ ਹੈ, ਲੁਧਿਆਣੇ ਦੀ ਹੈ, ਜਲੰਧਰ ਦੀ ਹੈ, ਕਿਸੇ ਹੋਰ ਜਗ੍ਹਾ ਦੀ ਹੈ, ਉਹ ਰਸੀਟ ਜਦ ਇੱਕ ਅਕਾਊਂਟ 'ਚ ਮਿਲਣਗੇ ਇਹ ਨਹੀਂ ਪਤਾ ਚੱਲੇਗਾ ਵੀ ਕਿਹਦੀ ਰਸੀਟ ਆਈ ਹੈ। ਜਦ ਕਾਮਨ ਟੈਲੀ 'ਚ ਅਕਾਊਂਟਸ ਮਰਜ ਹੋਏਗਾ ਤਾਂ ਆਪਾਂ ਨੂੰ ਇਹ ਨਹੀਂ ਪਤਾ ਚੱਲੇਗਾ ਕਿਹੜੇ ਆਰਓ ਦੀ ਰਸੀਟ ਹੈ। ਉਹਦੇ ਲਈ ਆਪਾਂ ਨੂੰ ਸੀਟ ਦੇ ਹਰੇਕ ਆਰਓ ਦੇ ਅਲੱਗ ਵਾਊਚਰ ਬਣਾਉਣੇ ਪੈਣਗੇ। ਵਾਊਚਰ ਕਿੱਦਾਂ ਬਣੇਗਾ, ਇਹ ਵੀ ਵਨ ਟਾਈਮ ਪ੍ਰੋਸੈਸ ਹੈ। ਅਕਾਊਂਟਿੰਗ ਇਨਫੋਰਮੇਸ਼ਨ ਦੇ ਅੰਦਰ ਵਾਊਚਰ ਟਾਈਪ ਹੈ, ਇਹਦੇ ਅੰਦਰ ਕ੍ਰੀਏਟ ਹੈ, ਇਹਦੇ ਅੰਦਰ ਆਪਾਂ ਲਿਖਾਂਗੇ ਰਿਸਿਪਟ RECEIPT -HO ਹੈਡ ਆਫਿਸ, ਠੀਕ ਹੈ। ਜੋ ਵੀ ਤੁਹਾਡਾ ਜਿਹੜਾ ਵੀ ਤੁਹਾਡਾ ਡਿਪਾਰਟਮੈਂਟ ਕੋਡ ਤੁਹਾਨੂੰ ਦੇਗਾ ਹਰ ਇੱਕ ਦੇ ਨਾਲ ਤੁਸੀਂ ਉਹ ਸੇਮ ਕੋਡ ਲਗਾਉਣਾ। ਐਂਟਰ ਕਰਾਂਗੇ। ਇਹ ਤਾਂ ਮੈंने ਨਾਮ ਲਿਖਿਆ ਹੈ, ਇਹ ਨਾਮ ਨੂੰ ਮੈਂ ਰਿਸਿਪਟ ਦੇ ਨਾਲ ਕਾਊਂਟ ਕਰਾਂਗਾ। ਰਿਸਿਪਟ ਜੇ ਤੁਸੀਂ ਚਾਹੁੰਦੇ ਹੋ ਕਿਸੇ ਕਾਊਂਟਰ ਦੇ ਵਿੱਚ ਕਿਸੇ ਤੋਂ ਪੈਸੇ ਆਏ ਨੇ, ਉਹਦਾ ਤੁਸੀਂ ਕੰਪਿਊਟਰ ਤੋਂ ਹੀ ਪ੍ਰਿੰਟ ਕੱਢ ਕੇ ਦੇਣਾ ਹੈ, ਆਟੋਮੈਟਿਕਲੀ ਕੰਪਿਊਟਰ ਪੁੱਛੇ ਪ੍ਰਿੰਟ ਕੱਢਣ ਬਾਰੇ, ਤਾਂ ਤੁਸੀਂ ਇਸ ਆਪਸ਼ਨ ਨੂੰ ਯੈਸ ਕਰ ਦਿਓ। ਸੇਵ ਕਰਨ ਤੋਂ ਬਾਅਦ ਤੁਹਾਨੂੰ ਪ੍ਰਿੰਟ ਆਟੋਮੈਟਿਕਲੀ ਨਿਕਲੇਗਾ। ਐਸਕੇਪ ਪ੍ਰੈਸ ਕਰਕੇ ਬਾਹਰ ਆ ਗਿਆ। ਇੱਕ ਹੋਰ ਚੀਜ਼ ਹੈ ਕਿ ਤੁਸੀਂ ਚਾਹੁੰਦੇ ਹੋ 1/9 ਤੋਂ ਤੁਸੀਂ ਰਸੀਦ ਨੰਬਰ ਜਿਹੜਾ ਹੈ, ਹੁਣ ਤੁਹਾਡਾ ਕੁਝ ਵੀ ਰਿਸਿਪਟ ਨੰਬਰ ਹੋ ਸਕਦਾ ਹੈ, ਜਾਂ ਤੁਸੀਂ ਸੀਰੀਜ਼ ਸਟਾਰਟ ਕਰਨੀ ਹੈ ਉਹ ਵੀ ਆਪਾਂ ਕਨਫੀਗਰੇਸ਼ਨ ਕਰ ਸਕਦੇ ਹਾਂ। ਅਕਾਊਂਟ ਇਨਫੋਰਮੇਸ਼ਨ 'ਚ ਵਾਊਚਰ ਟਾਈਪ ਹੁਣ ਮੈਂ ਕੀ ਕਰਾਂਗਾ, ਆਲਟਰ। ਮੈਂ ਬਣਾ ਚੁੱਕਿਆ ਪਰ ਗਲਤੀ ਹੋ ਗਈ ਮੇਰੇ ਤੋਂ, ਮੈਂ ਠੀਕ ਕਰਨੀ ਹੈ ਤਾਂ ਆਲਟਰ 'ਚ ਜਾਊਂਗਾ। ਆਲਟਰ ਦੇ ਵਿੱਚ ਕੀ ਹੈ, ਰਿਸਿਪਟ ਜਿਹੜਾ ਹੈ ਹੈਡ ਆਫਿਸ ਦੇ ਵਿੱਚ ਜਾਵਾਂਗੇ ਆਪਾਂ, ਜਿਹੜਾ ਆਪਾਂ ਨੇ ਬਣਾਇਆ ਉਹਦੇ ਆਟੋਮੈਟਿਕ ਦੇ ਵਿੱਚ ਨੀਚੇ ਆ ਕੇ ਯੈਸ ਕਰਨਾ ਹੈ, ਯੂਜ਼ ਐਡਵਾਂਸ ਕਨਫੀਗਰੇਸ਼ਨ, ਠੀਕ ਹੈ। ਤਾਂ ਉਹਦੇ ਆਪਾਂ ਨੇ ਆ ਜਾਣਾ ਹੈ ਐਪਲੀਕੇਬਲ ਫਰੋਮ 1/9 ਤੋਂ ਜਾਂ 1/4 ਤੋਂ। ਮੈਂ ਫਿਲਹਾਲ 4 ਲਿਖਾਂਗਾ, ਤੁਸੀਂ 1/9 ਤੋਂ ਲਿਖੋਗੇ। ਕਿਹੜੇ ਨੰਬਰ ਤੋਂ ਸਟਾਰਟ ਕਰਨਾ, ਮੰਨ ਲਓ 584 ਨੰਬਰ ਤੋਂ ਸਟਾਰਟ ਕਰਨਾ। ਬਾਹਰ ਆਇਆ, ਸਕੇਪ ਪ੍ਰੈਸ ਕਰਕੇ ਵਾਊਚਰ 'ਚ ਗਿਆ, ਉਹਦੇ ਰਿਸਿਪਟ ਦੇ ਵਿੱਚ ਗਿਆ, ਉਹਦੇ ਦੇਖੋ ਰਿਸਿਪਟ ਲਿਖਿਆ ਹੋਇਆ, ਆਪਾਂ ਨੇ ਰਿਸਿਪਟ ਆਰਓ 'ਚ ਕੰਮ ਕਰਨਾ ਤਾਂ ਉਹਦੇ ਰਿਸਿਪਟ 'ਚ ਜਾਣਾ, ਰਿਸਿਪਟ HO ਚੂਜ਼ ਕਰਨਾ ਤਾਂ ਉੱਪਰ ਦੇਖੋ ਆਟੋਮੈਟਿਕਲੀ ਕੀ ਲਿਖਿਆ ਆ ਰਿਹਾ 584। ਤੁਹਾਡੀ ਸੀਰੀਜ਼ ਉੱਥੇ ਹੀ ਸ਼ੁਰੂ ਹੋ ਜਾਏਗੀ ਜਿੱਥੋਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ। ਹੁਣ ਇਸ ਰਿਸਿਪਟ ਦੀ ਡੇਟ ਕੀ ਹੈ 19/6, ਐਂਟਰ। ਹੁਣ ਇਸ ਦੇ ਵਿੱਚ ਕੀ ਹੈ, ਬੈਂਕ ਤੋਂ ਪੈਸੇ ਆਏ ਨੇ, ਪੂਰੇ ਆਪਾਂ ਨੂੰ ਬੈਂਕ ਨਜ਼ਰ ਨਹੀਂ ਨਾ ਆ ਰਿਹਾ। ਆਪਾਂ ਕੀਬੋਰਡ ਦਾ ਸਪੇਸ ਬਾਰ ਪ੍ਰੈਸ ਕਰਾਂਗੇ, ਬੈਂਕ ਔਰ ਕੈਸ਼ ਦੇ ਰਿਲੇਟਡ ਲੈਜਰ ਆਪਾਂ ਨੂੰ ਦਿਖਣ ਲੱਗ ਜਾਣਗੇ, ਜਾਂ ਆਪਾਂ ਪਹਿਲਾ ਅਕਸ਼ਰ ਪਾਵਾਂਗੇ ਤਾਂ ਵੀ ਆ ਜਾਏਗਾ। ਹੁਣ HDFC ਬੈਂਕ ਹਾਈਲਾਈਟ ਹੋ ਗਿਆ, ਉਸ ਤੋਂ ਐਂਟਰ ਕਰਾਂਗੇ। ਹੁਣ ਪਰਟੀਕੂਲਰ ਦੇ ਨੀਚੇ ਆਪਾਂ ਨੇ ਪਾਰਟੀ ਚੂਜ਼ ਕਰਨੀ ਹੈ ਵੀ ਕਿਸ ਪਾਰਟੀ ਨੂੰ ਤੋਂ ਆਪਾਂ ਨੂੰ ਪੈਸੇ ਆ ਰਹੇ ਨੇ। ਤਾਂ ਆਪਾਂ ਇਹਦੀ ਆਪਾਂ ਅਕਾਊਂਟ ਇਨਫੋਰਮੇਸ਼ਨ ਲੈਜਰ ਕ੍ਰੀਏਟ ਦੇ ਵਿੱਚ ਲਿਆ ਕੇ ਲੈਜਰ ਕ੍ਰੀਏਟ ਕੀਤੀ ਸੀ, ਠੀਕ ਹੈ ਨਾ। ABC ਪਾਰਟੀ ਆਪਾਂ ਨੇ ਬਣਾਈ ਸੀ, ਜਾਂ PPCB RO ਬਣਾਈ ਸੀ। ਹੁਣ ਆਪਾਂ ਨੂੰ ਇਨ ਬਿਟਵੀਨ ਕਿਸੇ ਬੰਦੇ ਦੀ ਲੈਜਰ ਬਣਾਉਣੀ ਪਵੇ ਤਾਂ ਆਪਾਂ ਨੂੰ ਬਾਹਰ ਜਾ ਕੇ ਬਣਾਉਣ ਦੀ ਲੋੜ ਨਹੀਂ ਹੈ। ਅਕਾਊਂਟ ਦੀ ਇਨਫੋਰਮੇਸ਼ਨ ਲੈਜਰ ਕ੍ਰੀਏਟ 'ਚ ਸਪੈਸ਼ਲ ਜਾਣ ਦੀ ਲੋੜ ਨਹੀਂ ਹੈ। ਤਾਂ ਆਪਾਂ Alt+C ਬਟਨ ਹੈ ਸ਼ਾਰਟਕਟ ਇਹਦਾ, Alt+C ਬਟਨ ਕਰਾਂਗੇ ਤਾਂ ਆਪਾਂ ਸਿੱਧੇ ਹੀ ਇਹਦੇ ਵਿੱਚ ਲੈਜਰ ਬਣਾ ਸਕਦੇ ਹਾਂ। ਬੰਦੇ ਦਾ ਨਾਮ ਹੈ
MS बाली टेस्ट हाउस प्राइवेट लिमिटेड, नाल की करना आपां ने HO, ये नाम जलंधर वाली किसी पार्टी का भी हो सकता, राजपुरे वाली पार्टी का भी हो सकता, बटाला वाली पार्टी का भी हो सकता। आइडेंटिफिकेशन देने के लिए नाल दी नाल अपना जिहड़ा कोड है डिपार्टमेंट का वो नाल लगना। ते इनडायरैक्ट इनकम दे विच नॉट एप्लीकेबल, कॉस्ट सेंटर में यस करना है, इन्हों आप नॉट एप्लीकेबल करना। हुण देखो इस बंदे की लैजर बन गई है, इस बंदे को किन्ने पैसे आए ने 22,000, एंटर किया, उरे पूछता नेम ऑफ कॉस्ट सेंटर, अपने कॉस्ट सेंटर का बनाए कोई नहीं, आप Alt+C प्रेस कॉस्ट सेंटर बना सकते हैं। कॉस्ट सेंटर किवें बनाना है, ये अपने को जी अपने को सैंपल टेस्टिंग फीस आई है, फीस कई तरह की होंगी है, एक आप कैटागरी बना लें फीस की, इनू रखा अंडर, एक होर Alt+C बटन ਉਹਦੇ ਆਪਾਂ ਬਣਾਵਾਂਗੇ सैंपल टेस्टिंग फीस। ਜਿਹੜੇ सैंपल टेस्टिंग फीस ਆਪਾਂ ਬਣਾ ਰਹੇ हैं ਇਸ ਨੂੰ ਆਪਾਂ फीस ਦੇ ਅੰਡਰ ਰੱਖਣਾ, ਜਿੰਨੇ ਵੀ फीस ਨੇ ਉਹਨੂੰ फीस ਦੇ ਅੰਡਰ ਰੱਖਣਾ, ਜਿੰਨੇ ਵੀ ਬਣਨਗੇ। एंटर एंटर एंटर, ਹੁਣ ਇਹ इंपॉर्टेंट स्क्रीन है, ਉਹਦੇ स्पेस बार प्रेस करना, ਆਪਾਂ ਨੂੰ ਬੰਦੇ ਨੇ पेमेंट कैश ਦਿੱਤੀ है, चैक ਦਿੱਤੀ है, NEFT की है, अपने को चैक आया तो आप चैक ते आ गए। उस बंदे का चैक नंबर कितना है, उस बंदे चैक की डेट की लिखी हुई है, सॉरी अपना चैक नंबर कितना ना, उस बंदे का चैक नंबर कितना, उस बंदे की चैक की डेट क्या है, उस बंदे का बैंक केड़ा है। सपोज करो स्टेट बैंक ऑफ इंडिया का चैक है, करांगे एंटर। हुण देखो ऑटोमैटिकली जिस बंदे तो पैसे आए हैं ਉਹਦੀ प्रिंट की स्क्रीन निकल गई, यस प्रेस करांगे, पहला प्रीव्यू दिखाएगा, प्रीव्यू ਦੇ ਵਿੱਚ देखो उरे आ रहा है अकाउंट केड़ा, ये वाला अकाउंट है, नीचे सैंपल टेस्टिंग फीस आ गई तो अपनी अमाउंट आ गई, नीचे सिग्नेचर है, वो तो अपनी ऊपर पूरी डिटेल है, पंजाब पोल्यूशन कंट्रोल बोर्ड नाभा रोड स्टेट इन्नी ये वो, ठीक है। थ्रो HDFC बैंक आए ने पैसे, ठीक है, तो ਕਿਹੜੇ बैंक के थ्रू आए ਦੇ ਵਿੱਚ ਆਪਾਂ ਨੇ ਲਿੱਤੇ ਨੇ, ਆਪਾਂ ਉਹ ਸਾਰਾ ਲਗਾ ਦਾਂਗੇ। ਨੈਕਸਟ ਐਂਟਰੀ ਆਪਾਂ ਕਰਾਂਗੇ ਰਿਸਿਪਟ ਦੀ, ਐਸਕੇਪ ਪ੍ਰੈਸ ਕੀਤਾ ਬਾਹਰ ਆਉਣ ਲਈ, ਜੇ ਆਪਾਂ ਉਹਦੇ ਪ੍ਰਿੰਟ ਤੇ ਕਲਿੱਕ ਕਰਾਂਗੇ ਤਾਂ ਪ੍ਰਿੰਟ ਨਿਕਲ ਆਏਗਾ ਇਹਦਾ, ਫਿਰ ਐਸਕੇਪ ਪ੍ਰੈਸ ਕੀਤਾ। ਹੁਣ ਆਪਾਂ ਅਗਲੀ ਰਸੀਦ ਤੇ ਹੈ, अगली रसीद है अपनी, अपने आप अगला 585 रसीद नंबर आ गया, देखो डेट है अपनी 19/6 की सेम डेट है, स्पेस बार प्रेस किया, पूरे कैश और अपना जी रसीद है अपने को आया की है, चैक आया, किस बंदे का चैक आया, श्री अंग्रेज सिंह ड्राइवर पर्सनल लोन अकाउंट है, ये अपना की है कि लोन की पेमेंट की है, किसी बंदे ने अपने तो लोन लिता है, बोर्ड के बंदे नहीं, तो उन्हें आपां नूं पेमेंट दी है, वो एंट्री किद्दां पानी है, आपां ओहदा आपां एक लैजर क्रिएट करांगे, लैजर श्री अंग्रेज सिंह, अंग्रेज सिंह के 2 लैजर बनणगे,
क्योंकि अपने बोर्ड का बंदा उन्होंने सैलरी भी देनी है, लोन का अलग तो सैलरी का अलग। ये श्री अंग्रेज सिंह ड्राइवर लोन अकाउंट माइनस हैड ऑफिस। ਹੁਣ ਜਿਹੜਾ ਲੋਨ ਆਪਾਂ ਦਿੰਨੇ ਆ ਉਹਦੀ ਟਾਈਪ ਕੀ ਹੁੰਦੀ ਹੈ? ਉਹਦੇ ਕੋਲ ਦੇਖੋ ਲੋਨ ਐਂਡ ਐਡਵਾਂਸ, ਚਾਹੇ ਹੈਗਾ ਫਿਰ ਵੀ ਸਿੱਖ ਲਓ, ਸੀਰੀਜ਼ ਬਣੀ ਵੀ ਹੈ ਮੇਰੇ ਕੋਲ, ਸਟੈਪ ਬਾय ਸਟੈਪ ਚੱਲੂਗਾ। ਤੁਸੀਂ ਨਾ ਪਾਈਓ ਐਂਟਰੀ, ਨਾ ਕੰਮ ਕਰਿਓ, ਦੇਖ ਤਾਂ ਲਓ ਕਹਾਣੀ ਕੀ ਹੁੰਦੀ ਹੈ। ठीक है, उरे हुंदा अपने कोल सिक्योर्ड लोन, एक हुंदा अनसिक्योर्ड लोन। जेड़ा बंदा अपने तो लोन लेंदा विदाउट सिक्योरिटी वो अनसिक्योर्ड लोन च आंदा। कॉस्ट सेंटर नूं करना यस, परपज़ की है तुहानूं इहदे विच ही कॉस्ट सेंटर दा एडिशनल प्रैक्टिस देखण नूं मिलेगी। ਹੁਣ ਬੋਰਡ ਨੇ ਤੁਹਾਡੇ ਤੋਂ ਇਹਨੂੰ ਆਪਾਂ ਕਿਉਂਕਿ ਬੈਂਕ ਦਾ ਹੀ ਬੰਦਾ ਇਹ ਆਪਣਾ ਹੀ ਬੰਦਾ ਇਹਨੂੰ ਕੰਜ਼ਿਊਮਰ ਕਰ ਲੈਂਦੇ ਹਾਂ, ਇਸ ਨੇ ਆਪਾਂ ਨੂੰ ਪੈਸੇ ਦਿੱਤੇ ਨੇ 81,263। ਜਿਵੇਂ ਆਪਾਂ ਐਂਟਰੀ ਮਾਰਾਂਗੇ ਕਾਲ ਸੈਂਟਰ ਓਪਨ ਹੋ ਜਾਏਗਾ, ਸਪੇਸ ਬਾਰ ਪ੍ਰੈਸ ਕਰਾਂਗੇ ਆਪਣੇ ਕੋਲ ਸੈਂਪਲ ਟੈਸਟਿੰਗ ਫੀਸ ਦੇ ਕਾਲ ਸੈਂਟਰ ਆ ਰਹੇ ਹੈ। ਪਰ ਆਪਾਂ ਨੇ ਇਹਦਾ ਕਾਲ ਸੈਂਟਰ ਬਣਾਉਣਾ ਲੋਨ ਦਾ। ਲੋਨ ਕਿਹੜਾ? ਦੁਆਰ ਤੋਂ ਪ੍ਰਿੰਸੀਪਲ, ਇਹ ਕਿਹਦੇ ਅੰਡਰ ਆਏਗਾ? ਲੋਨ ਦੇ ਅੰਡਰ 70,000। ਅਗਲਾ ਕਿਹੜਾ ਲੋਨ ਹੈ ਆਪਣਾ? ਇਹਦਾ ਇੰਟਰਸਟ, ਲੋਨ ਦੇ ਵਿੱਚ ਆ ਗਏ ਆਪਾਂ, ਤਾਂ ਇਹਨੇ ਬਾਈਫਰਕੇਸ਼ਨ ਕਰਤੀ ਆਟੋਮੈਟਿਕਲੀ ਇਸ ਚੀਜ਼ ਦਾ। ਹੁਣ ਇਸ ਐਂਟਰੀ ਦਾ ਫਾਇਦਾ ਕੀ ਹੈ? ਉਸਨੇ ਆਪਾਂ ਨੂੰ ਚੈੱਕ ਦਿੱਤਾ, ਇੰਨੀ ਅਮਾਊਂਟ ਦਾ ਦਿੱਤਾ, ਉਹਦਾ ਚੈੱਕ ਨੰਬਰ ਕੀ ਹੈ, ਉਹਦੀ ਕਿਸ ਡੇਟ ਦਾ ਚੈੱਕ ਹੈ, ਕਿਸ ਬੈਂਕ ਦਾ ਚੈੱਕ ਹੈ। ਮੰਨ ਲਓ ਪੰਜਾਬ ਨੈਸ਼ਨਲ ਬੈਂਕ ਹੈ, नीचे तुम नरेशन से कुछ भी डिस्क्रिप्शन अपनी मैमोरी लिए लिखना चाहते हो वो लिख सकते हो। ਇਹਦਾ जब प्रिंट ਕੱਢਾਂਗੇ ਤਾਂ प्रिंट इस तरीके ਨਾਲ आ ਰਿਹਾ। देखो ਹੁਣ ਇਹ ਆਪਾਂ ਨੇ ਕਾਲ ਸੈਂਟਰ ਬਣਾਉਣ ਦੇ ਆਪਾਂ ਨੂੰ ਫਾਇਦੇ ਕੀ ਹੋਏ ਨੇ? एस्केप प्रेस करके बाहर आया मैं, नीचे देखो डिस्प्ले है, डिस्प्ले ਦੇ ਵਿੱਚ ਆਪਣੇ ਕੋਲ ਹੈਗਾ स्टेटमेंट ऑफ अकाउंट्स, ਕਾਲ ਸੈਂਟਰ, कैटागरी समरी। ਇਹਦੇ ਵਿੱਚ ਦੇਖੋ ਜਿਹੜੀ ਫੀਸ ਹੈ, ਫੀਸ ਦੀ ਕੈਟਾਗਰੀ ਆਪਾਂ ਨੂੰ ਦਿਖਾ ਰਿਹਾ ਕਿ ਫੀਸ ਦੇ ਅੰਡਰ ਆਪਾਂ ਨੂੰ ਸੈਂਪਲ ਟੈਸਟਿੰਗ ਫੀਸ ਇੰਨੀ ਆਈ ਹੈ। ਇਹ ਲੋਨ ਦੀ ਕੈਟਾਗਰੀ ਹੈ, ਲੋਨ 'ਚ ਆਪਾਂ ਨੂੰ ਦਿਖਾ ਰਿਹਾ ਇੰਟਰਸਟ ਇੰਨਾ ਆਇਆ, ਪ੍ਰਿੰਸੀਪਲ ਇੰਨਾ ਆਇਆ। ਕਿਉਂਕਿ ਹਲੇ ਆਪਾਂ 2 ਹੀ ਐਂਟਰੀਆਂ ਕੀਤੀਆਂ ਨੇ, ਜਦ 50-60 ਐਂਟਰੀਆਂ ਕਰਾਂਗੇ ਤਾਂ ਕਾਲ ਸੈਂਟਰ ਦਾ ਮਜ਼ਾ ਆਉਣ ਲੱਗ ਜਾਂਦਾ। ਆਪਾਂ ਅਗਲੀ ਐਂਟਰੀ 'ਤੇ ਜਾ ਰਹੇ ਹਾਂ। ਵਾਊਚਰ ਦੇ ਵਿੱਚ ਆ ਗਏ, ਅਕਾਊਂਟਿੰਗ ਵਾਊਚਰ ਵੀ ਪ੍ਰੈਸ ਕੀਤਾ, ਅਕਾਊਂਟਿੰਗ ਵਾਊਚਰ 'ਚ ਪਹੁੰਚ ਗਿਆ ਮੈਂ। ਅਗਲੀ ਜਿਹੜੀ ਡੇਟ ਹੈ F2 ਪ੍ਰੈਸ ਕੀਤਾ 22-6। ਆਪਾਂ ਨੂੰ ਬੈਂਕ ਤੋਂ HDFC ਬੈਂਕ ਤੋਂ ਪਾਰਟੀਕੂਲਰ ਦੇ ਵਿੱਚ ਆ ਗਿਆ ਆਪਣਾ, ਇਹ ਐਂਟਰੀ ਹੈ ਜੀ ਆਪਣੀ ਕੌਂਟਰਾ ਦੀ। ਕੌਂਟਰਾ ਦਾ ਮਤਲਬ ਕੀ ਹੈ ਕਿ ਆਪਾਂ ਨੇ ਬੈਂਕ ਦੇ ਵਿੱਚ ਕੈਸ਼ ਜਮ੍ਹਾਂ ਕਰਾਇਆ, ਠੀਕ ਹੈ, ਜਾਂ ਬੈਂਕ ਦੇ ਵਿੱਚ ਚੈੱਕ ਜਮ੍ਹਾਂ ਕਰਾਇਆ, ਤਾਂ ਆਪਾਂ ਨੇ ਉਸ ਚੀਜ਼ ਦੀ ਐਂਟਰੀ ਕਿਵੇਂ ਕਰਨੀ ਹੈ। ਇਹਦੇ 'ਚ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਬੈਂਕ ਆਪਣਾ ਡੈਬਿਟ ਹੋ ਰਿਹਾ, कैश आप जमा करा रहे हैं, पूरे कैश ले लिया आपने, कितना जमा करा रहे हैं? 30,000, ठीक है। कैश 30,000 नाल दे खुल जाएगा। 10 नोट है ने, 20 नोट है ने, नीचे आ गए अपने आप एंटर। किहड़े बैंक च जमा करा रहे हैं? HDFC बैंक। जे भी एंट्री मारांगे, हुण आप बाहर आ जाएंगे,
बाहर आके अपने वाउचर भरते हैं ना पैसे जमा कराने लिए, तो अपने को बैंकिंग के अंदर डिपॉजिट स्लिप है, ये अंदर कैश डिपॉजिट स्लिप है, बैंक ਨੂੰ ਸਿਲੈਕਟ ਕੀਤਾ ਕਿਹੜੇ ਬੈਂਕ ਦੀ ਕੈਸ਼ ਡਿਪੋਜ਼ਿਟ ਸਲਿੱਪ ਕੱਢਣੀ ਹੈ, ਇਹਨੂੰ ਐਂਟਰੀ ਨੂੰ ਸਿਲੈਕਟ ਕਰਨਾ ਸਪੇਸ ਬਾਰ ਦੇ ਨਾਲ। ਸਿਲੈਕਟ ਹੋ ਗਈ, ਫਿਰ ਸਭ ਤੋਂ ਪਹਿਲੀ ਆਪਸ਼ਨ ਹੈ ਪ੍ਰਿੰਟ ਦੀ। ਆ ਦੇਖੋ ਯੈਸ ਕੀਤਾ ਆਪਾਂ ਨੇ, ਆ ਦੇਖੋ ਯੈਸ ਕੀਤਾ ਤਾਂ ਇਸ ਤਰੀਕੇ ਨਾਲ ਆਪਣੇ ਕੋਲ ਆ ਜਾਏਗਾ ਆਟੋਮੈਟਿਕਲੀ अपने बैंक का नाम, डेट, अकाउंट होल्डर नेम किस तरीके नाल है वो एक स्टैंप लगा के बैंक तो तुहानूं मिल जाएगी, एक वो रख लैणगे। ਇਹਦਾ ਪ੍ਰਿੰਟ ਕੱਢ ਕੇ ਤੁਸੀਂ ਨਾਲ ਦੇ ਸਕਦੇ ਹੋ ਨੋਟ ਆਪਣੇ। ਦੂਜਾ ਕੰਮ ਇਹ ਹੈ ਕਿ ਤੁਸੀਂ ਕੈਸ਼ ਬੈਂਕ 'ਚ ਜਮ੍ਹਾਂ ਕਰਾਇਆ, ਠੀਕ ਹੈ ਨਾ, ਹੁਣ ਬੈਂਕ 'ਚੋਂ ਕੈਸ਼ ਕਢਾ ਰਹੇ ਹੋ, ਤਾਂ ਬੈਂਕ 'ਚ ਕੈਸ਼ ਜਮ੍ਹਾਂ ਕਰਾ ਰਹੇ ਹੋ ਜਾਂ ਕੈਸ਼ ਬੈਂਕ 'ਚੋਂ ਕਢਾ ਰਹੇ ਹੋ, ਉਹਦੇ ਲਈ ਕੌਂਟਰਾ ਐਂਟਰੀ ਹੁੰਦੀ ਹੈ। ਵਾਊਚਰ 'ਚ ਗਏ, ਕੌਂਟਰਾ 'ਚ ਗਏ, ਆਪਾਂ ਕੌਂਟਰਾ 'ਚ ਹੀ ਹੈ। ਖੈਰ 22/6 ਦੀ ਆਪਣੀ ਡੇਟ ਹੈ, ਡੇਟ ਚੇਂਜ ਕਰਨੀ F2 ਪ੍ਰੈਸ ਕਰਕੇ ਕਰ ਸਕਦੇ ਹਾਂ। ਹੁਣ ਜਿਹੜੇ ਅਕਾਊਂਟ ਡੈਬਿਟ ਹੁੰਦਾ ਉੱਪਰ ਆਉਂਦਾ, ਹੁਣ ਬੈਂਕ 'ਚੋਂ ਆਪਾਂ ਕੈਸ਼ ਕਢਾ ਰਹੇ ਹਾਂ ਤਾਂ ਕੈਸ਼ ਆਪਾਂ ਨੇ ਉੱਪਰ ਲੈ ਲਿਆ, ਜਿਵੇਂ 50,000 ਆਪਾਂ ਕੈਸ਼ ਕਢਾਉਣਾ ਹੈ ਬੈਂਕ ਦੇ ਥਰੂ, 50,000 ਆਪਣੇ ਕੋਲ ਚੈੱਕ ਦੀ ਸੀਰੀਜ਼ ਆ ਗਈ ਆਟੋਮੈਟਿਕਲੀ ਜਿਹੜੀ ਆਪਾਂ ਪਾਈ ਸੀ। ਚੈੱਕ ਨੰਬਰ ਕਿੰਨਾ ਆਪਾਂ ਉਰੇ ਲਿਖ ਦਾਂਗੇ, ਆਟੋਮੈਟਿਕਲੀ ਅਗਲਾ ਚੈੱਕ ਨੰਬਰ ਆਈ ਜਾਏਗਾ। ਠੀਕ ਹੈ ਜੀ। ਕਿਸ ਡੇਟ ਦਾ ਚੈੱਕ ਕੱਟ ਰਹੇ ਹੋ ਤੁਸੀਂ, ਜਿਵੇਂ ਤੁਸੀਂ ਐਂਟਰ ਕਰੋਗੇ ਤੁਹਾਨੂੰ ਚੈੱਕ ਪ੍ਰਿੰਟ ਕੱਢਣ ਲਈ ਕਹਿ ਦੂਗਾ। ਚੈੱਕ ਤੁਸੀਂ ਪਾਣਾ ਪ੍ਰਿੰਟਰ ਦੇ ਵਿੱਚ, ਚੈੱਕ ਪ੍ਰਿੰਟ ਹੋ ਕੇ ਨਿਕਲ ਆਏਗਾ, ऊपर सेल्फ लिखा आ गया, ऊपर सेल्फ लिखा आ गया, नीचे अमाउंट आ गई, बस साइन ही करने निकल साइन किया, बंदे नूं देता, अपना बैंक च जमा कराया। तो इस तरीके नाल इस चीज़ की एंट्री होंदी है। दो एंट्रियां दसिया ने, बैंक च जमा कराना कैश या बैंक चों कढाना। तीजी एंट्री होंदी है कि एक बैंक चों दूजे बैंक दे विच अमाउंट ट्रांसफर, एक दूजे बैंक मान लो पैसा घट है तो अमाउंट ट्रांसफर करनी है आप, तो कोई भी ऐसी एंट्री है जी कैश टू बैंक, बैंक टू बैंक या बैंक टू कैश हो, तो 3 तरह की एंट्री होंगी है, वो सारी की सारी कॉन्ट्रा की होंगी है। ये आप डेट पानी है, और अकाउंट चूज करना है, अकाउंट किहड़ा चूज करना है अपने को। मान लो कैनरा बैंक के चैक जमा कराना है, तो मैं कैनरा बैंक का अकाउंट क्रिएट कर लेना। अकाउंट क्रिएट करने लिए मैंने Alt+C बटन प्रेस किया, अकाउंट नंबर पाता, नाल HO पाता। ये हैड किहड़ा होएगा, ये इंपॉर्टेंट है, बैंक अकाउंट, पूरे अपना अकाउंट नंबर, IFSC कोड, ग्यारह अखरां दा हुंदा, ये तां एरर दित्तियां ने। उरे आपां कैनरा बैंक जरूर चूज करना है, उरे यस किया आपां ने, उरे चैक नंबर उसका जिवें अपना चैक नंबर, जिस बंदे को चैक है और चैकबुक का नाम आप लिखता, कन्फिगरेशन यस किया तो ऑटोमैटिकली बैंक के चैक्स उरे दे अंदर आ जाएंगे। ये आप चैक का फॉर्मेट सिलेक्ट कर लेना, अपनी चैकबुक का फॉर्मेट की है, ठीक है। उस तो बाद एंटर करना। जे अपने चैकबुक पर लिखा नहीं आता फॉर पंजाब पोल्यूशन कंट्रोल बोर्ड, जो तुम चाहते हो वो भी प्रिंट होके आ जाए, तेन यस कर दो। आ देखो ये नीचे फॉर पंजाब पोल्यूशन कंट्रोल बोर्ड, जे चैक तो ऑलरेडी लिखे आ रहा, तेन ऑप्शन नो रखो, ठीक है जी। ये अपना अकाउंट क्रिएट हो गया जी। इस तरीके एंटर करके बाहर आ जाएंगे।
ਐਂਡ 'ਚ ਯੈਸ ਹੋ ਜਾਏਗਾ ਤਾਂ ਆ ਜਾਣਗੇ। ਉਸ ਤੋਂ ਬਾਅਦ ਕਾਉਂਟਰ ਐਂਟਰੀ ਦੇ ਵਿੱਚ ਕੀ ਸਪੋਜ਼ ਕਰੋ ਜਿਹੜੇ ਬੈਂਕ ਦੇ ਵਿੱਚ ਆਪਾਂ ਨੇ ਚੈੱਕ ਜਮ੍ਹਾਂ ਕਰਨਾ ਹੈ ਉਹ ਬੈਂਕ ਉੱਪਰ ਆਏਗਾ, ਜਿਹੜਾ ਡੈਬਿਟ ਅਕਾਊਂਟ ਹੁੰਦਾ ਉੱਪਰ ਆਉਂਦਾ। ਤਾਂ ਆਪਾਂ ਉਰੇ ਕੈਨਰਾ ਬੈਂਕ 'ਚ ਸਪੋਜ਼ ਕਰੋ ਚੈੱਕ ਲਗਾਉਣਾ ਹੈ ਤਾਂ ਕੈਨਰਾ ਬੈਂਕ ਚੂਜ਼ ਕੀਤਾ ਆਪਾਂ ਨੇ। HDFC ਬੈਂਕ ਦੇ ਵਿੱਚ HDFC ਬੈਂਕ ਦਾ ਆਪਾਂ ਚੈੱਕ ਲਗਾਉਣਾ ਕੈਨਰਾ ਬੈਂਕ 'ਚ, ਤਾਂ ਕਿੰਨੇ ਦਾ 5000 ਦਾ। ਉਰੇ ਆ ਗਿਆ ਤੁਹਾਡੇ ਕੋਲ ਆਟੋਮੈਟਿਕਲੀ 2 ਨੰਬਰ ਚੈੱਕ ਆ ਗਿਆ, किस डेट का चैक है वो आ गया। जिमें एंटर करांगे यस करांगे फिर यस करांगे तो चैक पिच पावांगे और प्रिंट की कमांड देवांगे, चैक प्रिंट हो के आ जाएगा। उस तो बाद बंदा बैंक से जाके चैक लगा सकता। क्लियर? ये आप 3 एंट्री की बैंक के रिलेटेड। हम आप अगली एंट्री करांगे कि अपने कोल कोई ड्राइवर है उन्होंने आप पेमेंट करते कार के डीजल की या ABCD। ठीक है जी। डेट आपने चेंज करती 23 तरीक करती, 23 तरीक आ गई, पेमेंट कर रहे हैं F5 पेमेंट की शॉर्टकट साइड से सारी शॉर्टकट्स लिखी हुई ने। ठीक है। उस तो बाद 23 तरीक का आ गया, पेमेंट आप किस दे थ्रू कर रहे हैं, आप कैश दे रहे हैं तो आप कैश चूज कर सकते हैं, जे आप बैंक या चैक दे रहे हैं तो आप बैंक चूज कर सकते हैं, जे आप कैश दे रहे हैं कैश ले लिया। हूँ तुम गड्डी का हिसाब किताब रखना है। Alt C बटन दबिया, गड्डी की है अपनी ऑर्गेनाइजेशन का एक खर्चा है। ठीक है। हूँ तुम की करोगे, उसका लैजर बनाओगे, वो गड्डी नंबर दो PB 11 LP जो भी नंबर है थोड़ा माइनस HO नाल पा दो RO का नंबर माइनस यदि आइडेंटिफिकेशन दे देने एक्सपेंस अकाउंट है EXP नाल पाता। एक्सपेंस अकाउंट होंदा अपना इनडायरैक्ट एक्सपेंसिस च GST हमेशा नोट एप्लीकेबल कर दो। सपोज करो उस बंदे नूं तुसीं 2000 रुपये दे रहे हो डीजल दे, कॉस्ट सेंटर पूछ लेगा। कॉस्ट सेंटर क्यों पूछ रहा है? क्योंकि जिहड़ी आप इस लैजर बनाई है इस जगह ते उहदा कॉस्ट सेंटर यस है। जे तुसीं चाहते हो भी इस पर्टिकुलर लैजर ते कॉस्ट सेंटर ना पूछे उन्होंने आप नो कर देना। हुण मैं चाहना है कि इन्हें कॉस्ट सेंटर पूछ लिया, गलती हो गई भाई, इस तरह कॉस्ट सेंटर पर देना ही नहीं, लैजर च गलती नाल यस हो जाता है, ऑटोमैटिकली यस लिखा आता है। तो आप ही करांगे बैक स्पेस लैजर उत्ते आके कंट्रोल प्लस एंटर करांगे। उस लैजर नूं मॉडिफिकेशन की शॉर्टकट की है कंट्रोल प्लस एंटर। जिवें कंट्रोल प्लस एंटर जावांगे आप और जाके नो करता, नो करके एंटर करके बाहर आ जाएंगे तो नहीं पूछेगा। हुण आप कॉस्ट सेंटर क्यों बना रहे हैं, मैं यस किया होया डिपार्टमेंट तो पूछ लिता जाता है भी इस गड्डी का पेट्रोल से कितना खर्चा आया, मेनटेनेंस से कितना आया, तो इसलिए तो कॉस्ट सेंटर बनाते। Alt C प्रेस करांगे, इनू आप एक सब हैड दे देने ऑटोमोबाइल। ऑटोमोबाइल का खर्चा है, वापस बैक स्पेस Alt C DIESEL डीजल। डीजल किहदे विच आएगा? ऑटोमोबाइल दे विच। सपोज करो 1000 रुपया जिहड़ा है इहदा डीजल का खर्चा आया। Alt C रिपेयर का जिहड़ा खर्चा आया इहनूं ऑटोमोबाइल च करता। आप अलग अलग तां करते हैं अपन खर्चे फिर सैक्शन वाइज दिखते हैं। ऑटोमोबाइल नूं तां लिता उसके हैड के अंदर अलग तो नज़र आएंगे। आप एंटर किया बाहर आ गए। हुण एस्केप प्रेस करके बाहर आना मैं गेटवे ऑफ टैली दे डिस्पले जावांगे, स्टेटमेंट ऑफ अकाउंट्स जावांगे, कॉस्ट सेंटर कॉस्ट समरी। हुण तुसीं देखो ऑटोमोबाइल है 2000 रुपये खर्चा होया दिखाता इन्हें, टोटल दिखाया थोनू कॉस्ट कैटेगरी दे विच 1,01,263 किदा ऑटोमोबाइल का 2000 है।
2000 कितना है, ऑटोमोबाइल 'ਚ ਡੀਜ਼ਲ ਦਿੰਦੇ ਆ, ਰਿਪੇਅਰ ਦਿੰਦੇ ਆ। ਫੀਸ ਕਲੈਕਸ਼ਨ ਹੈ, ਫੀਸ ਕਲੈਕਸ਼ਨ ਦੇ ਵਿੱਚ ਕਿੰਨੀ ਹੈ, 22000। ਕਿੰਨੀ ਕਲੈਕਸ਼ਨ ਹੈ, ਸੈਂਪਲ ਟੈਸਟਿੰਗ ਦੀ 22000। ਦੂਜੇ ਲਈ ਪਾਈ ਨਹੀਂ ਨਾ ਹੈ। ਤੀਜਾ ਕਾਸਟ ਸੈਂਟਰ ਆਪਣਾ ਆ ਗਿਆ ਲੋਨ ਦਾ। ਲੋਨ ਕਿੰਨੇ, ਦੋ ਤਰ੍ਹਾਂ ਦੇ ਨੇ, ਇੰਟਰਸਟ ਦਾ ਤੇ ਪ੍ਰਿੰਸੀਪਲ ਹੈ। ਇੰਨਾ ਇੰਟਰਸਟ ਹੈ, ਇੰਨਾ ਪ੍ਰਿੰਸੀਪਲ ਹੈ, ਕੈਟਾਗਰੀਜ਼ ਬਣ ਗਈਆਂ ਨੇ। ਕਾਸਟ ਸੈਂਟਰ ਦੇ ਬੈਨੀਫਿਟ ਹੈ, ਕੱਲ੍ਹ ਤੁਹਾਡੇ ਤੋਂ ਰਿਪੋਰਟ ਮੰਗਦੇ ਇਸ ਡੇਟ ਤੋਂ ਲੈ ਕੇ ਇਸ ਡੇਟ ਤੱਕ ਸਾਨੂੰ ਆਹ ਚੀਜ਼ ਦੱਸੋ, ਤਾਂ ਤੁਸੀਂ ਦੱਸ ਸਕਦੇ ਹੋ। ਅੱਗੇ ਆਪਾਂ ਤੁਹਾਨੂੰ ਦੱਸ ਰਹੇ ਹਾਂ, ਜਿਹੜੀ ਆਪਾਂ ਨੂੰ ਪੁੱਛੀ ਗਈ ਸੀ ਕਿ ਆਪਣੇ ਕੋਲ ਕਈ ਤਰ੍ਹਾਂ ਦੇ ਫੀਸਾਂ ਆਉਂਦੀਆਂ ਨੇ ਇੱਕੋ ਬੰਦੇ ਤੋਂ, ਜਿਵੇਂ ਹੋ ਰਹੀ ਜਿਹੜਾ ਹੁਣ ਅਸੀਂ ਚੈੱਕ ਤੁਸੀਂ ਕਹਿੰਦਾ ਪੇਮੈਂਟ ਕਰ ਦਿੰਦੇ ਆ, ਅਸੀਂ ਡੀਜ਼ਲ ਦੀ ਪੇਮੈਂਟ ਕਰਤੀ। ਹੁਣ ਆਪਣੇ ਕੋਲ ਨੈਕਸਟ ਐਂਟਰੀ ਹੈ ਵਾਊਚਰ ਦੇ ਵਿੱਚ ਜਾ ਕੇ, ਅਕਾਊਂਟਿੰਗ ਵਾਊਚਰ 'ਚ ਜਾ ਕੇ ਆਪਾਂ ਐਂਟਰੀ ਕਰਨੀ ਹੁੰਦੀ ਹੈ। ਉਸ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਆਪਾਂ ਡੇਟ ਸਪੈਸੀਫਾਈ ਕਰਨੀ ਹੈ F2 ਪ੍ਰੈਸ ਕਰਕੇ, ਵੀ ਕਿਸ ਡੇਟ ਦੀ ਐਂਟਰੀ ਹੈ। ਜੇ ਸੇਮ ਡੇਟ ਹੈ ਤਾਂ F2 ਪ੍ਰੈਸ ਕਰਨ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਆਪਾਂ ਰਸੀਟ ਕਰ ਰਹੇ ਹਾਂ। ਰਸੀਟ ਕਿਵੇਂ ਕਰ ਰਹੇ ਹਾਂ, ਆਪਾਂ ਇੱਕ ਹੋਰ ਪਿੱਛੇ ਇੱਕ ਗਲਤੀ ਕੀਤੀ ਹੈ, ਡਿਸਪਲੇ ਡੇ ਬੁੱਕ। ਉਹਨੇ ਇਹ ਚੀਜ਼ ਦੇਖੀ ਹੈ ਕਿ ਹੈੱਡ ਆਫਿਸ ਦੀ ਰਸੀਟ ਹੈ, ਕੋਂਟਰਾ ਦੇ ਵਿੱਚ ਆਪਾਂ ਨੇ ਕੋਂਟਰਾ ਹੈੱਡ ਆਫਿਸ ਬਣਾਉਣਾ ਸੀ, ਪੇਮੈਂਟ ਦੇ ਵਿੱਚ ਪੇਮੈਂਟ ਹੈੱਡ ਆਫਿਸ ਬਣਾਉਣਾ ਸੀ। ਆਪਣੀ ਮਤਲਬ ਕਿ ਮਿਕਸਿੰਗ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰੇਕ ਟੈਲੀ ਦੇ ਵਿੱਚ ਪੇਮੈਂਟ ਬਣੀ ਵੀ ਹੋਏਗੀ। ਤੁਸੀਂ ਪੇਮੈਂਟ ਦੀ ਐਂਟਰੀ ਪਾਤੀ, ਹੈੱਡ ਆਫਿਸ ਨੇ ਆਪਣਾ ਡਾਟਾ ਫੈਚ ਕਰਨਾ, ਉਹਨੂੰ ਇਹ ਨਹੀਂ ਪਤਾ ਚੱਲਣਾ ਕਿਹੜੇ ਆਰਓ ਦੀ ਪੇਮੈਂਟ ਆਈ ਹੈ ਜਾਂ ਕਿਹੜੇ ਆਰਓ ਦਾ ਕੋਂਟਰਾ ਦਾ ਅਕਾਊਂਟ ਚੱਲ ਰਿਹਾ। ਤਾਂ ਆਪਾਂ ਉਹਦੇ ਇੱਕ ਵਾਊਚਰ ਆਪਾਂ ਨੇ ਬਣਾਉਣੇ ਨੇ। ਵਾਊਚਰ ਬਣਾਉਣ ਲਈ ਅਕਾਊਂਟਿੰਗ ਵਾਊਚਰ ਕ੍ਰੀਏਟ ਕੋਂਟਰਾ HO, ठीक है, ये अपना कॉन्ट्रा के अंडर जाएगा। एंटर करके बाहर आ गए। एक तो पेमेंट HO, ये आप पेमेंट के अंदर जावांगे। ये अपने ऑर्गेनाइजेशन के सिस्टम के लिए ये चीज़ां जरूरी ने। हुण अपने तो जे कोई गलती हुई है उन्हें ठीक किवें करना, दुबारा तो एंट्रियां पाइयां उन्हें ठीक किवें करना। डिस्पले दे विच हुंदा डे बुक, जिस डेट की एंट्री है, 24 जून की एंट्री है, 24 जून कोई एंट्री नहीं हुई तो ऑप्शन आता पीरीयड। मैं उपर कर दाँगा 1/4 एंटर, नीचे स्पेस बार प्रैस कराँगा, 1/4 तो बाद जिन्ने भी एंट्रियां ने एंटर सारी दिखा देगा। कॉन्ट्रा है, मैं दोबारा तो कॉन्ट्रा दे गया, मेरे तो पूछेगा हैड ऑफिस, कंट्रोल ए नाल सेव करता, कंट्रोल ए कंट्रोल ए कंट्रोल ए। उस तो बाद इस जगह ते गया, फिर मैं F4 प्रैस किया, फिर कॉन्ट्रा हैड ऑफिस लिता, कंट्रोल ए किया, कंट्रोल ए किया, एस्केप प्रैस करके बाहर आ गया। एक एंट्री आ रही कॉन्ट्रा दी, F4 प्रैस किया, हैड ऑफिस किया, कंट्रोल ए किया, एस्केप किया, कोई प्रिंट तो कढ़ना नहीं ना है। पेमेंट च गया, F5 दबिया, दोबारा तो सेम कमांड लगावांगे ना तो ऑप्शन पूछेगा। पेमेंट हैड ऑफिस ले ली, कंट्रोल ए प्रैस किया, तो उरे देखो वाउचर जेडे ने ना अपने को आ गए इस तरीके ਨਾਲ। ਇਹਦਾ ਬੈਨੀਫਿਟ ਕੀ ਹੁੰਦਾ, ਆਪਣੇ ਕੋਲ ਟੈਲੀ ਦੇ ਵਿੱਚ ਵਾਊਚਰ ਇਸ ਟਾਈਮ ਦੋ ਕਿਸਮ ਦੇ ਨੇ। ਜਿਵੇਂ ਮੈਂ ਹੁਣ F4 ਦੱਬਦਾ ਡੇ ਬੁੱਕ ਦੇ ਅੰਦਰ, ਤਾਂ ਇਹਦੇ ਵਿੱਚ ਆਪਾਂ ਨੂੰ ਕੀ ਪੁੱਛਦਾ ਹੋਇਆ ਕਿ ਕਿਹੜਾ ਤੁਹਾਨੇ ਵਾਊਚਰ ਦੇਖਣਾ। ਜਿਵੇਂ ਆਪਾਂ ਨੇ ਰਸੀਟ HO ਬਣਾਈ ਹੈ, ਤਾਂ ਰਸੀਟ ਜਲੰਧਰ, ਰਸੀਟ ਬਟਾਲਾ ਇੱਦਾਂ ਬਣੀ ਵੀ ਹੋਏਗੀ। ਜਦੋਂ ਆਪਾਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ, ਜਿਹੜੀ ਵੀ ਰਸੀਟ ਦੇ ਅੰਦਰ ਆ ਕੇ ਆਪਾਂ ਐਂਟਰ ਮਾਰਾਂਗੇ ਨਾ, ਉਹਦਾ ਅਲੱਗ ਤੋਂ ਨਿਕਲਿਆ ਹੈ। ਤਾਂ ਇਹਨਾਂ ਨੇ ਅਲੱਗ ਤੋਂ ਬ੍ਰਾਂਚ ਵਾਈਜ਼ ਦੇਖਣਾ ਚਾਹਣ ਤਾਂ ਇਸ ਤਰੀਕੇ ਨਾਲ ਦੇਖ ਲੈਣ। ਤਾਂ ਐਸਕੇਪ ਪ੍ਰੈਸ ਕਰਕੇ ਮੈਂ ਦੁਬਾਰਾ ਤੋਂ ਬਾਹਰ ਆ ਰਿਹਾ, ਮੈਂ ਸੈਟਿੰਗ ਠੀਕ ਕਰਤੀ ਹੈ। ਵਾਊਚਰ 'ਚ ਗਿਆ, ਮੈਂ ਰਸੀਟ 'ਚ ਆਇਆ F6, ਰਸੀਟ ਕੀ ਦੀ, ਰਸੀਟ HO। ਹੁਣ ਉੱਪਰ ਜਿਹੜੀ ਹੈ ਡੇਟ ਹੈ, ਇਸ ਦੀ ਡੇਟ ਆ ਰਹੀ ਹੈ ਆਪਣੇ ਕੋਲ 22/6 ਦੀ ਆ ਰਹੀ ਹੈ। ਆਪਾਂ ਕੁਛ ਹੋਰ ਲੈ ਲੈਂਦੇ, F2 ਪ੍ਰੈਸ ਕੀਤਾ,
28 तरीक ले ली, 28 लिख के एंटर मार देंगे ना, बाकी और कुछ लिखने की लोड़ नहीं, सेम मंथ सेम ईयर ले, क्योंकि उसी महीने की डेट चेंज कर रहे हैं। रसीट, रसीट वाया की आई है, मान लो वाया चैक आई है अपने को, किहड़े बैंक से चैक आया, आप चैक ले लिया। उस तो बाद अपने कोल पार्टी का नाम, ऑल्ट सी प्रेस किया, पार्टी का नाम की है MS विष्णु राइस मिल। एक ही अपना इनडायरैक्ट इनकम, जी पार्टियां तो अपना पैसा आता अपनी इनकम है, इनडायरैक्ट इनकम कॉस्ट सेंटर एप्लीकेबल करना है। उस तो बाद नॉट एप्लीकेबल रखना उरे। इस बंदे तो पैसे किन्ने आए अपने को 33,800। नेम ऑफ कॉस्ट सेंटर, नेम ऑफ कॉस्ट सेंटर ਦੇ ਵਿੱਚ ਆਪਣੇ ਕੋਲ ਕਿਹੜੀ ਕਿਹੜੀ ਫੀਸ ਹੈ। ਸਭ ਤੋਂ ਪਹਿਲਾਂ 에ਅਰ ਕੰਸੈਂਟ ਫੀਸ ਹੈ। ਉਰੇ ਆਪਾਂ ਦੇਖਾ 에ਅਰ ਕੰਸੈਂਟ ਬਣਿਆ ਨਹੀਂ ਪਿਆ, ਤਾਂ ਬਣਾਉਣ ਲਈ ਆਪਾਂ Alt+C ਬਟਨ ਪ੍ਰੈਸ ਕੀਤਾ, 에ਅਰ ਕੰਸੈਂਟ फीस HO किहदे अंडर जाएगा ये, फीस दे, क्योंकि फीस जिन्नी भी फीसा ने ਆਪਾਂ ਨੂੰ ਇਹਦੇ ਅੰਦਰ ਦਿਖਾ ਦੇਣਗੇ, ਅਲੱਗ ਤੋਂ ਟੋਟਲ ਕਰਕੇ ਦਿਖਾ ਦੂਗੀ। ਇਹ ਆਪਾਂ ਨੂੰ ਆਈ ਹੈ 16,650। Alt+C ਅਗਲੀ ਕਿਹੜੀ ਹੈ, ਵਾਟਰ, ਇਹ ਆਪਣੇ ਅੰਡਰ ਆਏਗੀ ਫੀਸ ਦੇ। ਇਹ ਕਿੰਨੀ आई है अपने को 16,650। जब तक फिगर पूरी नहीं होती अगला कॉल सेंटर पूछ ही जाएगा। अगे अपने को आ गई फॉर्म फीस, सुन भी बाहर जाके Alt+C प्रेस किया, फॉर्म फीस, ये आ गया अपने को फीस 500 रुपये अपने आप आ गया। लास्ट सी तो 500 रुपये फिगर अपनी मिल गई है। उस तो बाद एंटर किया आपने, ਉਹਦਾ चैक नंबर की है, उस बंदे की डेट की है चैक की, किहड़े बैंक का चैक आया अपने को, ਹੁਣ ਯੈਸ ਕਰਾਂਗੇ ਤਾਂ ਰਸੀਟ ਨਿਕਲੇਗੀ ਇਸ ਤਰੀਕੇ ਦੇ ਨਾਲ, ਤੇ ਉਹਨਾਂ ਨੂੰ ਆਪਾਂ ਪ੍ਰਿੰਟ ਕੱਢ ਕੇ ਦੇ ਦਾਂਗੇ। नीचे लिखा भी आ रहा किहड़े बैंक की रसीट है, किहड़ा उपर सारा लिख के आ रहा है इस तरीके नाल। हुण इहदा एक होर तुहानूं बैनीफिट दसदा, उरे बैंकिंग है, इस जगह दे विच अपने कोल आ जांदे डिपॉजिट स्लिप, चैक डिपॉजिट स्लिप। कैनरा बैंक दे विच 2 एंट्रियां हुई ने, स्पेस बार नीचे आके फिर स्पेस बार, दोनों सिलेक्ट कर ली एंट्री आपां ने। प्रिंट की कमांड ते मारांगे क्लिक, ते आपां करांगे यस। तुसीं आह देखो चैक डिपॉजिट स्लिप बन के आ गई। ਜਿਹੜੀ ਜਿਹੜੀ ਇਨਫੋਰਮੇਸ਼ਨ ਆਪਾਂ ਲਿਖਦੇ ਆ ਕੈਨਰਾ ਬੈਂਕ ਦੇ ਵਿੱਚ, ਉਹ ਤਾਂ ਬਾਈ ਡਿਫਾਲਟ ਬਣ ਕੇ ਆਉਣਗੀਆਂ। ਪਾਰਟੀ ਦੀ ਇਨਫੋਰਮੇਸ਼ਨ ਆ ਗਈ, ਉਹਦਾ ਚੈੱਕ ਨੰਬਰ ਕੀ ਹੈ, ਕਿਸ ਡੇਟ ਦਾ ਚੈੱਕ ਹੈ, ਬੈਂਕ ਦਾ ਨਾਮ ਕੀ ਹੈ, ਬ੍ਰਾਂਚ ਕੀ ਹੈ, ਜਿਹੜੀ ਆਪਾਂ ਟਾਈਪ ਕਰਦੇ ਨਾ ਇਨਫੋਰਮੇਸ਼ਨ, ਉਹ ਸਟੋਰ ਹੋ ਜਾਂਦੀ ਹੈ। ਇੱਕ ਦਿਨ 'ਚ ਆਪਣੇ ਕੋਲ 50 ਚੈੱਕ ਆ ਗਏ, ਆਪਾਂ ਨੂੰ ਚੈੱਕ ਦਾ ਵਾਊਚਰ ਭਰਨ ਦੀ ਲੋੜ ਨਹੀਂ ਹੈ, ਟੈਲੀ 'ਚ ਹੀ ਕੱਢ ਲਿਆ, ਉਸ ਵਾਊਚਰ ਦਾ ਪ੍ਰਿੰਟ ਨਾਲ ਕੱਢ ਕੇ ਲਗਾਤਾ, ਬੈਂਕ 'ਚ ਭੇਜਤਾ। ठीक है, तो इस तरीके दे नाल अकाउंटिंग वाउचर च गए, ये अंदर हुंदा सेल ली F8। सेल दे लिए भी वही है कि नवा वाउचर आ गया तो आप सेल हैड ऑफिस बनावांगे एक। अकाउंटिंग वाउचर टाइप क्रिएट, सेल HO GST,
ਇਹ ਅੰਡਰ ਜਾਏਗਾ ਸੇਲ ਅਕਾਊਂਟ ਦੇ। ਬਿੱਲ ਨੰਬਰ ਕਿਹੜੇ ਤੋਂ ਸ਼ੁਰੂ ਕਰਨਾ ਹੈ, ਉਰੇ ਯੈਸ ਕਰੋਗੇ ਨਾ ਤਾਂ ਤੁਸੀਂ ਉਰੇ ਦੱਸਣਾ ਹੈ ਕਿ ਬਿੱਲ ਨੰਬਰ ਕਿਹੜੇ ਤੋਂ ਸ਼ੁਰੂ ਕਰਨਾ ਹੈ। ਜੇ 1 ਤੋਂ ਸ਼ੁਰੂ ਕਰਨਾ ਤਾਂ 1 ਆ ਜਾਏਗਾ। ਬਿੱਲ ਦੇ ਉੱਤੇ ਤੁਸੀਂ ਲਿਖਣਾ ਚਾਹੁੰਦੇ ਹੋ ਕਿ ਉਹਦੇ ਪ੍ਰੀਫਿਕਸ ਕੀ ਲਿਖੇ ਹਨ, ਜਿਵੇਂ HO ਓਬਲੀਕ, ਠੀਕ ਹੈ, 20 ਓਬਲੀਕ, ਯਾਨੀ ਕਿ ਇਸ ਤਰੀਕੇ ਨਾਲ ਵੱਡਾ ਹੋ ਜਾਏਗਾ 20, ਠੀਕ ਹੈ। ਉਸ ਤੋਂ ਬਾਅਦ ਉਰੇ ਇੱਕ ਕਲਾਸ ਬਣਦੀ ਹੈ, ਇਹਦਾ ਨਾਮ ਦੇ ਦੇਣਾ GST, ਕਿਉਂਕਿ ਲੈਜਰ ਤੁਹਾਨੂੰ ਆਟੋਮੈਟਿਕਲੀ ਪੁੱਛੇਗਾ। ਇਹ ਫਸਟ ਟਾਈਮ ਪ੍ਰੋਸੈਸ ਹੈ, ਹਰ ਵਾਰ ਨਹੀਂ ਕਰਨਾ ਹੈ, ਇਸ ਲਈ ਤੁਹਾਨੂੰ ਥੋੜਾ ਜਿਹਾ ਔਖਾ ਲੱਗੇਗਾ। ਰੂਟੀਨ 'ਚ ਤਾਂ ਕੰਮ ਕੁਝ ਵੀ ਨਹੀਂ। ਬੈਂਕ ਅਕਾਊਂਟ ਇਹ ਅਸੀਂ ਸੈਟਿੰਗ ਕਰ ਦਾਂਗੇ ਤੁਹਾਡੀ, ਪਰ ਤੁਸੀਂ ਸਿੱਖ ਸਕਦੇ ਹੋ ਤਾਂ ਸਿੱਖ ਲਓ। ਇਹ 4 ਹੈੱਡ ਆਪਾਂ ਨੇ ਇਹਦੇ ਵਿੱਚ ਲੈ ਲੈਣੇ ਨੇ। ਉਰੇ ਆਪਾਂ ਨੇ ਲੈਣਾ ਸੇਲ ਅਕਾਊਂਟ, ਇਹਦਾ ਹੈੱਡ ਹੋਏਗਾ ਸੇਲ ਹੈੱਡ। ਤੁਸੀਂ ਉਰੇ ਜਿਹੜੀ GST ਲਗਾਣੀ ਹੈ ਸਰਵਿਸਿਜ਼ ਤੇ ਲਗਾਣੀਆਂ ਨੇ, ਤਾਂ ਉਰੇ ਸਰਵਿਸ ਹੋਣਾ ਚਾਹੀਦਾ। ਗੁੱਡਸ ਆਪਾਂ ਵੇਚਦੇ ਨਹੀਂ, ਆਪਾਂ ਗੁੱਡਸ ਲੈਂਦੇ। ਉਸ ਤੋਂ ਬਾਅਦ ਆਪਣੇ ਕੋਲ ਤੁਸੀਂ ਉਹਦੇ ਉੱਤੇ CGST SGST ਲਗਾਉਂਦੇ ਹੋ, ਠੀਕ ਹੈ। ਆਪਾਂ ਉਰੇ Alt C ਪ੍ਰੈਸ ਕੀਤਾ, ਸੈਂਪਲ ਟੈਸਟਿੰਗ ਫੀਸ ਇਕੱਲੀ ਇੱਕੋ ਹੀ ਹੈ ਨਾ, ਹੋਰ ਤਾਂ ਕੁਝ ਨਹੀਂ ਹੈ, ਇੱਕੋ ਹੀ ਹੈ। ਸੈਂਪਲ ਟੈਸਟਿੰਗ ਫੀਸ ਕੀ ਹੈ ਤੁਹਾਡੀ? ਇਨਡਾਇਰੈਕਟ ਇਨਕਮ। ਇਸ ਤੇ GST ਲੱਗਣਾ ਯੈਸ, ਠੀਕ ਹੈ। ਉਹਦਾ HSN ਕੀ ਹੈ ਤੁਸੀਂ ਆਪਣੇ CA ਤੋਂ ਪੁੱਛ ਲਿਓ। ਮੰਨ ਲਓ ਆ HSN ਆ ਉਹਦਾ। ਨੇਚਰ ਆਫ ਟ੍ਰਾਂਜੈਕਸ਼ਨ ਸੇਲ ਟੈਕਸੇਬਲ ਆਏਗਾ। GST ਕਿੰਨਾ ਲੱਗ ਰਿਹਾ? 18%। ਆ ਕਨਫੀਗਰੇਸ਼ਨ 1 ਟਾਈਮ ਹੈ ਕਰਨੀ ਪੈਂਦੀ ਹੈ, ਸਿਰਫ 1 ਟਾਈਮ। ਕਲੀਅਰ। ਆਪਾਂ ਉਰੇ ਨਾਲ ਐਂਡ ਕਰਕੇ ਕੋਡ ਪਾਣਾ ਨਾ ਭੁੱਲੀ, ਮੈਂ ਬਾਰ-ਬਾਰ ਕਹਿ ਰਿਹਾ। -HO ਲੈਜਰ ਕਿਹੜੇ ਡਿਪਾਰਟਮੈਂਟ ਦਾ ਉਹ ਪਤਾ ਲੱਗ ਜਾਣਾ ਚਾਹੀਦਾ ਆਪਾਂ, ਠੀਕ ਹੈ। ਇਸ ਤਰੀਕੇ ਨਾਲ ਆ ਗਿਆ ਆਪਣਾ। ਉਰੇ ਐਜ਼ ਯੂਜ਼ਰ ਡਿਫਾਈਨ ਵੈਲਿਊ, ਕਿਉਂਕਿ ਵੈਲਿਊ ਆਪਾਂ ਨੇ ਡਿਫਾਈਨ ਕਰਨੀ ਹੈ ਵੀ ਫੀਸ ਕਿੰਨੀ ਲੈ ਰਹੇ ਆਪਾਂ। ਇਹਦੇ ਉੱਤੇ ਲੱਗੇਗਾ ਆਪਣਾ CGST, ਡਿਊਟੀਜ਼ ਐਂਡ ਟੈਕਸਿਸ। ਪਾਰਟੀਆਂ ਸਾਰੀ 100% ਪੰਜਾਬ ਦੀ ਹੋਣਗੀਆਂ। ਪੰਜਾਬ ਦੇ ਹੋਣਗੇ, ਸੈਂਪਲ ਟੈਸਟਿੰਗ ਦੇ ਬਾਹਰ ਦੀ ਕੋਈ ਆ ਸਕਦਾ, ਕੋਈ ਹੋਰ ਜਿਹੜਾ ਕੋਈ ਹੈਡ ਆਫਿਸ ਦਿੱਲੀ ਹੈ ਜਾਂ ਕੋਈ ਹੋਰ ਕੰਪਨੀ ਹੈ, ਜੇ ਉਹਦਾ ਨਾਮ ਦਾ GST ਨੰਬਰ ਉੱਥੋਂ ਦਾ ਹੋਏਗਾ।
राउंड ऑफ होएगा अपना इनडायरेक्ट एक्सपेंसेस, इनवॉइस राउंडिंग एज टोटल अमाउंट राउंडिंग, नॉर्मल राउंडिंग 1 टाइम प्रोसेस है। ओके, ਇਹਦੇ ਵਿੱਚ ਆਪਾਂ ਯੈਸ ਕਰ ਦਿੰਦੇ ਆਪਸ਼ਨ ਨੂੰ, ਪ੍ਰਿੰਟ ਵਾਊਚਰ ਆਫਟਰ ਸੇਵਿੰਗ, ਤਾਂ ਬਾਈ ਡਿਫਾਲਟ ਆਪਣੇ ਆਪ ਪ੍ਰਿੰਟ ਮੰਗੇਗਾ। ਆਪਾਂ ਚਾਹੁੰਦੇ ਬੈਂਕ ਦੀ ਡਿਟੇਲ ਵੀ ਲਿਖ ਕੇ ਆਵੇ ਪ੍ਰਿੰਟ ਦੇ ਵਿੱਚ, ਬਿੱਲ ਦੇ ਵਿੱਚ, ਕਿ ਕਿਹੜੇ ਬੈਂਕ 'ਚ NEFT ਕਰਾਣੀ ਹੈ। ਤਾਂ ਸੇਵ ਕਰਕੇ ਬਾਹਰ ਆ ਗਏ। ਵਾਊਚਰ 'ਚ ਜਦ ਆਪਾਂ ਸੇਲ ਅਕਾਊਂਟ 'ਚ ਜਾਵਾਂਗੇ, ਦਿਸ ਇਜ਼ ਦਾ ਸੇਲ ਅਕਾਊਂਟ, ਉਹਦੇ ਪੁੱਛੇਗਾ ਸੇਲ ਕਿਹੜੀ, ਸੇਲ ਹੈਡ ਆਫਿਸ GST। ਇਹਦੇ ਵਿੱਚ GST ਵਾਲੀ ਕਲਾਸ ਜਿਹੜੀ ਮੈਂ ਬਣਾਈ ਆ ਉਹ। ਇਹਦਾ ਫਾਇਦਾ ਕਿਉਂਕਿ ਸਭ ਕੁਝ ਰੈਡੀਮੇਡ ਬਣਿਆ ਬਣਾਇਆ ਮਿਲੇਗਾ ਤੁਹਾਨੂੰ। ਕਿਹੜੀ ਡੇਟ ਦਾ ਬਿੱਲ ਹੈ ਉਹਦੀ ਡੇਟ ਪਾਣੀ ਹੈ, ਤੁਸੀਂ ਬਣੀ ਬਣਾਈ ਚੀਜ਼ ਮਿਲ ਗਈ ਨਾ, ਇੱਕ ਵਾਰ ਬਣਾਤੀ ਆਪਾਂ ਨੇ। ਤੁਸੀਂ ਕਹਿੰਦੇ ਸਾਨੂੰ ਔਖਾ ਲੱਗਦਾ, ਕੁਝ ਵੀ ਔਖਾ ਨਹੀਂ ਹੈ। ਬਸ ਬਿੱਲ 'ਚ ਗਏ, ਉਹਨੇ ਕਰਨਾ ਕਿ ਡੇਟ ਪਾਣੀ ਹੈ, ਐਂਟਰ ਮਾਰਨਾ, ਪਾਰਟੀ ਦੇਖਣੀ ਹੈ ਕਿਹੜੀ ਪਾਰਟੀ ਨੂੰ ਤੁਸੀਂ ABC ਪਾਰਟੀ, ਉਹ ਬਣੇ ਹੋਏ ਪਹਿਲਾਂ ਇਹ ਰਾਮ ਲਾਲ HO। ਤੁਸੀਂ ਆਪਣੀ ਨਿਸ਼ਾਨੀ ਦੀ ਸੰਡੀ ਡੈਟਰ ਲਿਖਤਾ ਵੀ ਸੰਡੀ ਡੈਟਰ ਹੈ ਇਹ ਇਸ ਤਰੀਕੇ ਨਾਲ। ਹੁਣ ਆਪਾਂ ਐਂਟਰ ਕੀਤਾ, ਆਪਾਂ ਇਹਨੂੰ ਸੰਡੀ ਡੈਟਰ ਦੇ ਅੰਦਰ ਲੈ ਲਾਂਗੇ। ਇਸ ਜਗ੍ਹਾ ਤੇ ਨਾ ਤੁਹਾਨੂੰ ਇੱਕ ਚੇਂਜ ਕਰਨੀ ਹੈ, ਪ੍ਰਿੰਟ ਦੇ ਵਿੱਚ ਇਦਾਂ ਨਹੀਂ ਆਉਣਾ ਚਾਹੀਦਾ। ਉਹਨੂੰ ਬਿੱਲ ਪ੍ਰਿੰਟ ਕਰਕੇ ਦੋਗੇ ਨਾ, ਸੰਡੀ ਡੈਟਰ ਤੋਂ ਉਹਨੂੰ ਕੀ ਮਤਲਬ ਹੈ, HO ਤੋਂ ਕੀ ਮਤਲਬ ਹੈ, HO ਲਿਖਣਾ ਲਿਖ ਦਿਓ, HO ਦਾ ਲਿਖ ਸਕਦੇ ਹਾਂ। ਉਹ ਪ੍ਰਿੰਟ ਦੇ ਵਿੱਚ ਲਿਖ ਕੇ ਆਏਗਾ। ਲੈਜਰ ਖੁੱਲ ਦੇਖੋਗੇ ਤਾਂ ਪ੍ਰੋਪਰ ਇਹ ਲਿਖ ਕੇ ਆਏਗਾ ਜਿਹੜਾ ਆਪਾਂ ਉੱਪਰ ਨਾਮ ਦਿੱਤਾ, ਇਹ ਪ੍ਰਿੰਟਿੰਗ ਲਈ ਹੈ। ਉਸ ਪਾਰਟੀ ਦਾ ਐਡਰੈਸ ਕੀ ਹੈ, ਉਹ ਪਾਰਟੀ ਕਿਹੜੀ ਕੰਟਰੀ ਤੇ ਕਿਹੜੀ ਸਟੇਟ ਦੀ ਹੈ, ਬੜਾ ਇੰਪੋਰਟੈਂਟ ਹੈ। ਸਟੇਟ ਬਦਲ ਗਈ ਤਾਂ IGST ਲੱਗੇਗਾ। ਉੱਥੇ ਦਾ ਪਿਨ ਨੰਬਰ ਕੀ ਹੈ, ਨਹੀਂ ਪਾਉਣਾ ਚਾਹੁੰਦੇ ਨਾ ਪਾਓ, ਚੱਲ ਜਾਏਗਾ। ਉਸ ਬੰਦੇ ਦਾ ਨਾਮ, ਫੋਨ ਨੰਬਰ, ਮੋਬਾਈਲ ਨੰਬਰ ਮੈਂਡੇਟਰੀ ਨਹੀਂ ਹੈ, ਜੇ ਪਾਉਣਾ ਚਾਹੋ ਪਾ ਸਕਦੇ, ਪਾ ਲੈਣਾ ਚਾਹੀਦਾ। ਉਸ ਤੋਂ ਬਾਅਦ ਉਸ ਬੰਦੇ ਦਾ ਜੇ GST ਨੰਬਰ ਹੈ ਤਾਂ ਉਹ ਰੈਗੂਲਰ, ਜੇ GST ਨੰਬਰ ਨਹੀਂ ਹੈ ਤਾਂ ਅਨਰਜਿਸਟਰਡ। ਅਗਲਾ ਤੁਹਾਨੂੰ GST ਨੰਬਰ ਦੇਗਾ ਤਾਂ ਤੁਸੀਂ ਉਰੇ 03 ਹੁਣ ਮੈਨੇ ਰੈਂਡਮਲੀ ਪਾਇਆ, ਗਲਤ ਪਾਇਆ ਤਾਂ ਇਹ ਕਹੇਗਾ ਜੀ ਗਲਤ ਹੈ, ਤਾਂ ਆਪਾਂ ਇਹਨੂੰ ਇਗਨੋਰ ਕਰ ਦਿੰਦੇ, ਆਪਾਂ ਗਲਤ ਹੀ ਪਾਇਆ। ਪਾਰਟੀ ਆ ਗਈ, ਐਂਟਰ ਕਰੀ ਜਾਣਾ ਉਰੇ। ਹੁਣ ਉਰੇ ਸੈਂਪਲ ਟੈਸਟਿੰਗ ਫੀਸ ਪੁੱਛ ਰਿਹਾ 5000, ਐਂਟਰ। ਇਹਦਾ ਮੈਨੇ ਨਾ ਕਾਲ ਸੈਂਟਰ ਐਕਟੀਵੇਟ ਕਰਤਾ ਹੋਣਾ ਗਲਤੀ ਨਾਲ, ਸੈਂਪਲ ਟੈਸਟਿੰਗ ਦਾ। ਇਹਨੂੰ ਆਪਾਂ ਸੈਂਪਲ ਟੈਸਟਿੰਗ ਫੀਸ 'ਚ ਪਾ ਦਿੰਦੇ। ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਈ, ਦੁਬਾਰ ਤੋਂ ਮੈਂ ਬਣਾਉਣਾ। ਪਹਿਲਾਂ ਤਾਂ ਆਪਾਂ ਤਿਆਰੀ ਕੀਤੀ ਸੀ ਜਿਹੜੀ 1 ਟਾਈਮ ਲਾਈਫ 'ਚ ਇੱਕ ਵਾਰ ਤਿਆਰੀ ਕਰਨੀ ਹੈ ਬਿੱਲ ਬਣਾਉਣ ਲਈ। ਇਹ ਬਿੱਲ ਜਨਰੇਟ ਕਰਨ, ਹਾਂ, ਵਾਊਚਰ 'ਚ ਗਏ, ਸੇਲ ਬਿੱਲ GST 'ਚ ਗਏ, ਡੇਟ ਪਾਈ, ਉਰੇ ਪਾਰਟੀ ਮੇਰੀ ਬਣੀ ਹੋਈ ਹੈ ਆਲਰੇਡੀ ਰਾਮ ਲਾਲ ਦੀ, ਸਿਲੈਕਟ ਕੀਤੀ, ਐਂਟਰ ਕਰਕੇ ਬਾਹਰ ਆਇਆ, ਸੈਂਪਲ ਟੈਸਟਿੰਗ ਫੀਸ ਲਿਖਿਆ ਮੈਨੇ, ਕਾਲ ਸੈਂਟਰ ਲਿਖਿਆ, ਸੈਂਪਲ ਟੈਸਟਿੰਗ, ਚਲੋ ਜੀ ਬਿੱਲ ਤਿਆਰ ਹੈ।
ਇਹ ਤਾਂ ਜਿਹੜੀ ਮੈਂ ਤਿਆਰੀ ਕੀਤੀ ਸੀ, ਤਿਆਰੀ ਕਰਨ ਨੂੰ 5 ਮਿੰਟ ਲੱਗ ਗਏ। ਉਹ ਤਾਂ ਤੁਸੀਂ ਆਪਣੇ ਡਿਪਾਰਟਮੈਂਟ 'ਚ ਵਨ ਟਾਈਮ ਕਰਨੀ, ਫਿਰ ਰੈਡੀਮੇਡ ਚੀਜ਼ ਮਿਲੇਗੀ। ਜਿਵੇਂ ਮੈਂ ਐਂਟਰ ਕਰਾਂਗਾ ਤੁਸੀਂ ਦੇਖੋਗੇ ਇਹਦਾ ਪ੍ਰਿੰਟ ਪ੍ਰੀਵਿਊ ਦੇਖੋਗੇ, ਪ੍ਰੋਪਰ ਪ੍ਰੋਫੈਸ਼ਨਲ ਪ੍ਰਿੰਟ ਪ੍ਰੀਵਿਊ ਬਣ ਕੇ ਆਏਗਾ। ਸੈਂਪਲ ਟੈਸਟਿੰਗ ਫੀਸ ਇੰਨੀ ਹੈ, CGST ਇੰਨਾ ਲੱਗਿਆ, SGST ਇੰਨਾ ਲੱਗਿਆ, ਰਾਊਂਡ ਆਫ ਇੰਨਾ ਹੋ ਗਿਆ। ਨੀਚੇ ਪੂਰੀ HN ਸਮਰੀ ਆਈ, ਨੀਚੇ ਸਟੈਂਪ ਸਾਈਨ ਕਰਕੇ ਦੇ ਸਕਦੇ ਹੋ। ਇਹਦੇ ਵਿੱਚ ਤੁਹਾਡਾ ਆਪਣੀ ਡਿਟੇਲ, ਇਹ ਬਾਇਰ ਦੀ ਡਿਟੇਲ ਸਾਰੀ, ਉਹਦਾ ਐਡਰੈਸ ਕੀ ਹੈ, ਉਸ ਬੰਦੇ ਦਾ GST ਨੰਬਰ ਕੀ ਹੈ। ਹੁਣ ਇਹਦਾ ਫਾਇਦਾ ਕੀ ਹੋਇਆ, ਤੁਹਾਨੂੰ GST ਰਿਪੋਰਟਾਂ ਬਣਾਉਣ ਦੀ ਲੋੜ ਨਹੀਂ ਹੈ। ਪਹਿਲਾਂ ਕਹਿ ਕੇ ਹਟਾ ਮੈਂ ਹੈਡ ਆਫ ਦਾ ਕੰਮ ਕਰਦਾ ਸਾਡਾ ਉਹਦਾ ਛੋਟਾ ਜਿਹਾ ਉਹ ਬਾਕੀ ਦੀ ਆਪੇ ਦੇਖਾਂਗੇ ਰਿਪੋਰਟਾਂ ਦਾ ਕੰਮ। ਹਾਂ ਪਰ ਸੀਟ ਤੇ ਪੇਮੈਂਟ ਥੋੜੀਆਂ ਥੋੜੀਆਂ ਤਾਂ ਚਲੋ ਇੱਕ ਸਕਿੰਟ ਹੀ ਲੱਗਦਾ ਦੁਕਾਨ ਨੂੰ, ਇਹਦਾ ਕਰਨਾ ਤਾਂ ਕੁਛ ਹੈ ਨਹੀਂ, ਦੇਖਣਾ ਹੀ। ਆ ਕਿਸੇ ਵੇਲੇ ਤੇ ਪਟਿਆਲੇ ਵੀ ਲੱਗ ਸਕਦੇ ਬੰਦੇ ਆ ਕੇ ਤਾਂ ਥੋੜੀ ਰਹਿ ਵੀ ਪਟਿਆਲੇ ਕਹਿੰਦੇ ਵਾਪਸ ਆ ਜਾਣਾ ਕਰਾ ਲਓ। ਲਓ ਜੀ, ਵਾਊਚਰ 'ਚ ਗਏ ਆਪਾਂ। ਹੁਣ ਸੀਟ ਕਰਨੀ ਹੈ, ਸੀਟ HO 'ਚ ਗਏ ਤੇ F2 'ਚ ਗਏ। ਚਲੋ ਡੇਟ ਚੇਂਜ ਕਰਤੀ ਆਪਾਂ ਨੇ। ਬੈਂਕ 'ਚ ਚੈੱਕ ਲਗਾਤਾ, ਕਿਸ ਪਾਰਟੀ ਦਾ ਚੈੱਕ ਹੈ, ਨਾਮ ਭੁੱਲ ਗਿਆ ਮੈਂ ਕਿਹੜਾ ਸੀ। ਅੱਛਾ, ਇਸ ਬੰਦੇ ਦੇ ਦੇਖੋ 17,191 ਰੁਪਏ ਲੈਣੇ ਆ ਨਾ ਇਹ ਤੋਂ, 17,191 ਰੁਪਏ। ਜੇ ਚੈੱਕ ਦੇ ਰਿਹਾ ਤਾਂ ਬੈਂਕ ਆਏਗਾ ਉੱਤੇ, ਨਹੀਂ ਕੈਸ਼ ਆ ਜਾਏਗਾ। ਠੀਕ ਹੈ, ਅਕਾਊਂਟ ਹੋ ਗਿਆ ਨੀਲੇ ਦਾ। ਇਹਦੇ ਵਿੱਚ ਪੁੱਛ ਰਿਹਾ ਵੀ ਉਹਦਾ ਚੈੱਕ ਨੰਬਰ ਕੀ ਹੈ, ਇੰਸਟਰੂਮੈਂਟ ਡੇਟ ਕੀ ਹੈ, ਬੈਂਕ ਕਿਹੜਾ ਹੈ। ਆਪਾਂ ਨੇ ਆ ਲੈ ਲਿਆ। ਨੀਚੇ ਨਰੇਸ਼ਨ 'ਚ ਤੁਸੀਂ ਆਪਣੀ ਮੈਮੋਰਾਈਜ਼ ਲਈ ਜੋ ਲਿਖਣਾ ਲਿਖ ਲਓ। ਠੀਕ ਹੈ ਜੀ, ਅਗਲੇ ਨੂੰ ਪ੍ਰਿੰਟ ਕੱਢ ਕੇ ਦੇ ਦਿਓ। ਹੁਣ ਬੈਂਕ 'ਚ ਚੈੱਕ ਲੱਗ ਗਿਆ, ਬੈਂਕ 'ਚ ਚੈੱਕ ਬਾਊਂਸ ਹੋ ਗਿਆ। ਜਦੋਂ ਤੁਸੀਂ ਬੈਂਕ ਦੀ ਸਟੇਟਮੈਂਟ ਦੇਖੋਗੇ ਤਾਂ ਉਹਦੇ 'ਚ ਤੁਹਾਨੂੰ ਆਏਗਾ ਕਿ 30 ਤਰੀਕ ਨੂੰ ਚੈੱਕ ਬਾਊਂਸ ਹੋ ਗਿਆ। 30 ਤਰੀਕ ਆ ਗਈ, ਉਲਟਾ ਕੰਮ ਕਰ ਦਿਓ, ਪੇਮੈਂਟ ਕਰ ਦਿਓ। ਰਿਵਰਸ ਐਂਟਰੀ ਹੋ ਜਾਏਗੀ। ਪੇਮੈਂਟ ਕਿਵੇਂ ਕਰਨੀ ਹੈ ਉਹਦਾ ਵੀ ਤਰੀਕਾ ਦੱਸਦਾ। ਆ ਬੈਂਕ ਆ ਗਿਆ, ਰਾਮ ਲਾਲ ਜੀ ਆ ਗਏ। ਕਿੰਨੀ ਅਮਾਊਂਟ ਸੀ ਭੁੱਲ ਗਿਆ ਮੈਂ, 17,191 ਰੁਪਏ। ਠੀਕ ਹੈ ਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਐਡਅਪ ਕਰਾਂਗੇ ਆਪਾਂ ਬਾਅਦ 'ਚ। ਹੁਣ ਇਸ ਬੰਦੇ ਦੇ ਇੱਕ ਤਾਂ ਆਹ ਚੀਜ਼ ਪੇਮੈਂਟ ਕਰਤੀ ਇਸ ਤਰੀਕੇ ਨਾਲ, ਇਹਦੇ ਖਾਤੇ 'ਚ ਇੰਨੇ ਪੈਸੇ ਖੜੇ ਹੋ ਜਾਣਗੇ। ਠੀਕ ਹੈ, ਉਹ ਚੈੱਕ ਨੰਬਰ ਚੁੱਕ ਨੰਬਰ ਜੋ ਪਾਣਾ ਹੈ ਇਹਨੂੰ ਤੁਸੀਂ ਨੋਟ ਐਪਲੀਕੇਬਲ ਕਰ ਦਿਓ, ਇਹਨੂੰ ਵੀ ਹਟਾ ਦਿਓ। ਉਹਦਾ ਚੈੱਕ ਨੰਬਰ ਵਗੈਰਾ ਪਾ ਸਕਦੇ, ਪਾਣਾ ਚਾਹੋ। ਹਾਂ, ਜਿਸ ਡੇਟ ਨੂੰ ਤੁਹਾਡਾ ਬਾਊਂਸ ਹੈ ਉਹ ਲਿਖ ਦਿਓ, ਚੈੱਕ ਨੰਬਰ ਵੀ ਲਿਖ ਦਿਓ। ਆਹ ਚੀਜ਼ ਹੋ ਗਈ। ਹੁਣ 118 ਰੁਪਏ ਵੀ ਤੁਸੀਂ ਇਸ ਬੰਦੇ ਤੋਂ ਵਸੂਲ ਕਰਨੇ ਨੇ, ਤਾਂ ਤੁਸੀਂ ਜਰਨਲ ਦੀ ਐਂਟਰੀ ਘੁਮਾ ਦਿਓ ਇੱਕ। ਡੈਬਿਟ ਕੀ ਹੋਏਗਾ, ਰਾਮ ਲਾਲ ਕਿੰਨੇ ਪੈਸੇ, 118 ਰੁਪਏ। 17,191 ਵੱਧ ਕੇ ਦੇਖੋ 17,309 ਹੋ ਗਏ। ਕ੍ਰੈਡਿਟ ਕੀਤਾ ਆਪਾਂ ਨੇ ਬੈਂਕ ਚਾਰਜਿਸ। ਠੀਕ ਹੈ, ਇਹ ਬੈਂਕ ਚਾਰਜਿਸ ਜਿਹੜੇ ਕ੍ਰੈਡਿਟ ਕਰ ਰਹੇ ਆਪਾਂ, ਇਹ ਆਣਗੇ ਆਪਣੇ ਇਨਡਾਇਰੈਕਟ ਐਕਸਪੈਂਸਿਸ। ਕੋਸਟ ਸੈਂਟਰ ਐਪਲੀਕੇਬਲ ਨੋ, ਕਿਉਂਕਿ ਇਸ ਸਿਰਫ ਕੋਸਟ ਸੈਂਟਰ ਦਾ ਮਤਲਬ ਨਹੀਂ ਹੈ। GST ਨੂੰ ਨਾਟ ਐਪਲੀਕੇਬਲ ਕਰਾਂਗੇ।
ਹੁਣ ਉਸ ਬੰਦੇ ਤੋਂ 17,309 ਰੁਪਏ ਲੈਣੇ ਬੰਦੇ ਨੇ। ਕਿਸ ਚੀਜ਼ ਦੇ ਲੈਣੇ ਬੰਦੇ ਨੇ? ਆਪਾਂ ਇਸ ਬੰਦੇ ਦੀ ਲੈਜਰ ਖੋਲਦੇ ਹਾਂ, ਡਿਸਪਲੇ ਅਕਾਊਂਟਸ ਬੁੱਕਸ ਲੈਜਰ। ਕਿੱਦਾਂ ਡਿਸਪਲੇ, ਚਾਹੇ ਇੱਧਰ ਆ ਜਾਓ, ਚਾਹੇ ਡੀ ਦਬ ਦਿਓ, ਚਾਹੇ ਅਕਾਊਂਟਸ ਬੁੱਕਸ ਚ ਆ ਜਾਓ, ਚਾਹੇ ਏ ਦਬ ਦਿਓ, ਚਾਹੇ ਲੈਜਰ ਚ ਆਓ, ਚਾਹੇ ਐਲ ਦਬ ਦਿਓ। ਸਾਡਾ ਹੱਥ ਕਿਉਂ ਤੇਜ਼ ਚੱਲਦਾ? ਡਿਸਪਲੇ ਅਕਾਊਂਟਸ ਬੁੱਕਸ ਲੈਜਰ, DAL ਦਬਤਾ, ਸਿੱਧਾ ਪਹੁੰਚ ਗਿਆ। ਤੁਸੀਂ ਵੀ 1 ਮਹੀਨੇ ਬਾਅਦ ਐਂ ਚਲਾਓਗੇ। ਉਸ ਤੋਂ ਬਾਅਦ ਰਾਮ ਲਾਲ, ਇਹ ਆਪਣੇ ਕੋਲ ਐਂਟਰੀ ਦਾ ਸਾਰਾ ਲੈਜਰ ਆ ਗਿਆ ਵੀ ਸੈਂਪਲ ਟੈਸਟਿੰਗ ਦੀ ਬਿੱਲ ਇਹ ਕ੍ਰੀਏਟ ਹੋਇਆ ਸੀ, ਇੰਨੇ ਤਰੀਕ ਨੂੰ ਪੈਸੇ ਆਏ, ਇੰਨੇ ਤਰੀਕ ਨੂੰ ਚੈੱਕ ਬਾਊਂਸ ਹੋ ਗਿਆ, ਤੇ 118 ਰੁਪਏ ਆਪਾਂ ਨੇ ਇਸ ਤੇ ਹੋਰ ਲਾਤੇ। ਹੁਣ 17,309 ਰੁਪਏ ਲੈਣੇ। ਫਿਰ ਉਸ ਤੋਂ ਬਾਅਦ ਤੁਹਾਨੂੰ ਬੈਂਕ ਦੇ ਰੀਕਨਸੀਲੇਸ਼ਨ ਦੇ ਵਿੱਚ 118 ਰੁਪਏ ਦੀ ਐਂਟਰੀ ਤੁਹਾਨੂੰ ਚੜਾਉਣੀ ਪਏਗੀ। ਠੀਕ ਹੈ, ਤਾਂ ਬੈਂਕ ਦੇ ਵਿੱਚ ਜਦ ਤੁਸੀਂ ਬੈਂਕ ਐਂਟਰੀ ਕਰੋਗੇ, ਪੇਮੈਂਟ ਦੀ ਐਂਟਰੀ ਆਏਗੀ, ਪੇਮੈਂਟ HO, ਬੈਂਕ, ਬੈਂਕ ਚਾਰਜਿਸ ਕਿੰਨੇ? 118 ਰੁਪਏ। ਬਾਕੀ ਸੈਂਪਲ ਟੈਸਟਿੰਗ ਹਾਂਜੀ, ਬਾਕੀ ਸੈਂਪਲ ਟੈਸਟਿੰਗ ਦੇ ਨਾ ਇਹ ਤਾਂ ਬੈਂਕ ਨਾਲ ਹਿਸਾਬ ਕਿਤਾਬ ਕੀਤਾ ਤੁਸੀਂ, ਬੈਂਕ ਦੀ ਲੈਜਰ ਮਿਲਾਈ ਹੈ। 118 ਰੁਪਏ ਖੜੇ ਕਰਤੇ ਸੀ ਤੁਸੀਂ, ਤਾਂ ਬੈਂਕ ਦੇ ਹੁਣ 118 ਰੁਪਏ ਉਹਦੇ ਜ਼ੀਰੋ ਹੋ ਗਏ ਨਾ। ਇਸ ਤਰੀਕੇ ਨਾਲ ਬੈਂਕ ਵੀ ਮਿਲ ਗਿਆ ਤੁਹਾਡਾ, ਪਾਰਟੀ ਕੋਲ ਖੜੇ ਵੀ ਕਰਤੇ। ਪਾਰਟੀ ਦਾ ਖਾਤਾ ਨਹੀਂ ਹੈਗਾ, ਉਹ ਜਮ੍ਹਾਂ ਕਰਾ ਦਿਓ। ਹਾਂ, ਬਦਲਾ ਬਣਾ ਕੇ LOC ਬੰਦ ਕਰ ਦੋ, ਸਰਟੀਫਿਕੇਟ ਕਨੈਕਸ਼ਨ ਉਹ ਸਾਰੇ ਰਿਮੂਵ ਕਰੋ।